ਪਹਿਲਾ ਕੰਮ ਉਹਨਾਂ ਨੇ ਸ਼ੁਰੂ ਕੀਤਾ ਅੰਬਾਲਾ ਦੇ ਵਿੱਚ ਜਾ ਕੇ ਨਾ ਜੀ, ਤੇ ਬਰੁਕ ਬੌਂਡ ਕੰਪਨੀ ਜਿਹੜੀ ਆਈ ਸੀ, ਬਾਹਰਲੀ ਕੰਪਨੀ ਸੀ, ਉਹਨਾਂ ਦੇ ਵਿੱਚ ਐਜ਼ ਸੇਲਸਮੈਨ ਕੰਮ ਕੀਤਾ ਉਹਨਾਂ ਨੇ। ਤੇ ਉਹਨਾਂ ਨੇ ਸਨ 1963 ਦੇ ਵਿੱਚ ਲੁਧਿਆਣਾ ਆਪਣੇ ਆ ਕੇ ਇੰਡਸਟਰੀਅਲ ਐਸਟੇਟ ਦੇ ਵਿੱਚ ਜਿਹੜਾ ਆਪਣਾ ਯੂਨਿਟ ਐਸਟੈਬਲਿਸ਼ ਕੀਤਾ। ਉੱਥੇ ਛੋਟੇ ਜਿਹੇ ਕੰਮ ਤੋਂ ਸ਼ੁਰੂਆਤ ਕੀਤੀ। ਜਿਹੜਾ 1985 ਜਾ ਕੇ ਜਿਹੜੀ ਯੂਨਾਈਟਿਡ ਸਾਈਕਲ ਪਾਰਟਸ ਮੈਨੂਫੈਕਚਰਰ ਐਸੋਸੀਏਸ਼ਨ ਹੈ, ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਵਨ ਆਫ ਦੀ ਲਾਰਜੈਸਟ ਆਰਗੇਨਾਈਜੇਸ਼ਨ ਇਨ ਦੀ ਵਰਲਡ, ਜਿਹਦੇ ਉਸ ਸਮੇਂ ਵੀ 2500 ਮੈਂਬਰ ਇਹਨਾਂ ਨੇ ਕ੍ਰੀਏਟ ਕੀਤੇ ਸੀਗੇ, ਉਹਦੇ ਇਹ ਪਹਿਲੀ ਵਾਰੀ ਪ੍ਰੈਜ਼ੀਡੈਂਟ ਬਣੇ 1985 ਵਿੱਚ। ਜਿਹੜਾ MSME ਡਿਵੈਲਪਮੈਂਟ ਐਕਟ ਬਣਿਆ, ਉਹਦੇ ਵਿੱਚ ਮਾਈਕਰੋ ਵਰਡ ਬਾਊ ਜੀ ਦੀ ਪ੍ਰੈਜੈਂਟੇਸ਼ਨ ਤੇ ਇਹਨਾਂ ਦੀ ਡਿਮਾਂਡ ਤੇ ਪਾਇਆ ਗਿਆ। ਆਸ ਪੜੋਸ ਤੋਂ ਦੂਰ ਤੋਂ ਵੀ ਇੰਡਸਟਰੀਜ਼ਾਂ ਨੇ ਕੋਈ ਐਪਲੀਕੇਸ਼ਨ ਵੀ ਲਿਖਾਣੀ ਹੁੰਦੀ ਸੀਗੀ ਤੇ ਪਾਪਾ ਜੀ ਕੋਲੋਂ ਆ ਕੇ ਲਿਖਵਾਉਂਦੇ ਸੀਗੇ। 2006 ਦੇ ਵਿੱਚ ਟ੍ਰੀਟਮੈਂਟ ਸੁਸਾਇਟੀ ਬਣਾ ਕੇ ਐਫਲੂਐਂਟ ਟ੍ਰੀਟਮੈਂਟ ਪਲਾਂਟ ਨੂੰ ਚਾਲੂ ਕਰਨ ਵਾਲੇ ਫਾਊਂਡਰ ਚੇਅਰਮੈਨ CEO ਬਾਊ ਜੀ ਬਣੇ। ਇਸ ਤਰ੍ਹਾਂ ਜੀ ਪ੍ਰੀ ਬਜਟ ਮੀਟਿੰਗਸ ਦੇ ਵਿੱਚ ਪਾਰਟਿਸਿਪੇਟ ਕਰਦੇ ਸੀ। ਡਾਕਟਰ ਮਨਮੋਹਨ ਸਿੰਘ ਫਾਈਨਾਂਸ ਮਿਨਿਸਟਰ ਸੀਗੇ, ਸੈਕਟਰੀ ਸੀਗੇ ਪਹਿਲਾਂ, ਫਿਰ ਫਾਈਨਾਂਸ ਮਿਨਿਸਟਰ ਬਣੇ। ਤਾਂ ਉਹ ਬਹੁਤ ਪ੍ਰਭਾਵਿਤ ਹੋਏ ਇਹਨਾਂ ਦੀ ਪ੍ਰੈਜੈਂਟੇਸ਼ਨ ਤੋਂ, ਜਿਹੜੇ ਡਾਟਾ ਇਹ ਲੈ ਕੇ ਜਾਂਦੇ ਸੀਗੇ। ਉਹਨਾਂ ਨੇ ਇਹਨਾਂ ਦੇ ਸੁਝਾਅ ਲੈਂਦੇ ਸੀਗੇ ਕਿ ਇੰਡਸਟਰੀ ਨੂੰ, ਸਮਾਲ ਇੰਡਸਟਰੀ ਨੂੰ, ਮਾਈਕਰੋ ਨੂੰ ਪ੍ਰਮੋਟ ਕਰਨ ਲਈ ਕੀ ਸੁਝਾਅ ਹੈ। ਇਹ ਬਕਾਇਦਾ ਆਪਣੀ ਰਿਪਰੈਜ਼ੈਂਟੇਸ਼ਨ ਤਿਆਰ ਕਰਕੇ ਦਿੰਦੇ ਸੀ, ਉੱਥੇ ਜਾ ਕੇ ਪ੍ਰੈਜੈਂਟੇਸ਼ਨ ਦਿੰਦੇ ਸੀ। ਬਹੁਤ ਜ਼ੋਰਦਾਰ ਮੰਗ ਕਰਕੇ ਸਟੀਲ ਅਥਾਰਟੀ ਨੂੰ ਮਜਬੂਰ ਕੀਤਾ, ਸਰਕਾਰ ਨੂੰ ਮਜਬੂਰ ਕੀਤਾ ਕਿ ਸਟੀਲ ਅਥਾਰਟੀ ਛੋਟੇ ਉਦਯੋਗਪਤੀਆਂ ਨੂੰ, ਲਘੂ ਕੁਟੀਰ ਉਦਯੋਗਪਤੀਆਂ ਨੂੰ ਡਾਇਰੈਕਟ ਬੁਕਿੰਗ ਕਰਕੇ ਮਾਲ ਦੇਵੇ। ਔਰ ਉਸ ਸਾਰਿਆਂ ਨੂੰ ਮਾਲ ਮਿਲਿਆ ਲੁਧਿਆਣੇ ਦੀ ਸਾਈਕਲ ਇੰਡਸਟਰੀ ਨੂੰ, ਔਰ ਉਹਦੇ ਨਾਲ ਲੁਧਿਆਣੇ ਦੀ ਇੰਡਸਟਰੀ, ਸਾਈਕਲ ਇੰਡਸਟਰੀ ਨੇ, ਛੋਟੇ ਉਦਯੋਗਾਂ ਨੇ ਖਾਸ ਤੌਰ ਤੇ ਬਹੁਤ ਜ਼ਿਆਦਾ ਤਰੱਕੀ ਕੀਤੀ। ਤਾਂ ਬਾਊ ਜੀ ਨੇ ਰਾਜੀਵ ਗਾਂਧੀ ਜੀ ਤੋਂ ਟਾਈਮ ਲਿਆ, ਉਸ ਵਕਤ ਦੇ ਪ੍ਰਧਾਨ ਮੰਤਰੀ ਜੀ ਤੋਂ, ਤੇ ਉਹਨਾਂ ਨਾਲ ਜਾ ਕੇ ਗੱਲ ਕੀਤੀ, ਉਹਨਾਂ ਨੂੰ ਪ੍ਰੈਜੈਂਟੇਸ਼ਨ ਦਿੱਤੀ ਕਿ ਤੁਸੀਂ ਅਰਬਾਂ ਰੁਪਏ ਖਰਚ ਕਰਕੇ ਤੇ ਇੰਪਲੋਇਮੈਂਟ ਜਨਰੇਟ ਕਰਦੇ ਹੋ, ਤੇ ਜਿਹੜੀ ਇੰਪਲੋਇਮੈਂਟ ਲਘੂ ਕੁਟੀਰ ਉਦਯੋਗ ਦੇ ਰਿਹਾ ਹੈ, ਉਹਨੂੰ ਤੁਸੀਂ ਬਰਬਾਦ ਕਰਨ ਤੇ ਤੁਲੇ ਹੋਏ ਹੋ। ਉਹ ਕਹਿੰਦੇ ਜੀ ਉਹ ਕੌਣ ਕਰਦਾ ਹੈ, ਅਨਇੰਪਲੋਇਮੈਂਟ ਹੋ ਰਹੀ ਹੈ। ਕਹਿੰਦੇ ਜੀ ਕੌਣ ਕਰਦਾ ਹੈ? ਬਾਊ ਜੀ ਨੇ ਬੜੀ ਬੇਬਾਕੀ ਨਾਲ ਕਿਹਾ, ਕਹਿੰਦੇ ਤੁਹਾਡੀ ਸਰਕਾਰ ਕਰ ਰਹੀ ਹੈ, ਹੋਰ ਕੋਈ ਨਹੀਂ ਕਰ ਰਿਹਾ। ਤੁਸੀਂ ਇਹਨੂੰ ਡੀ ਰਿਜ਼ਰਵ ਕਰਤਾ, ਲਾਰਜ ਯੂਨਿਟ ਕੋਲੇ ਚਲੀ ਗਏ। ਸਾਰੇ ਬੇਰੋਜ਼ਗਾਰ ਜਿਹੜੇ ਸੈਲਫ ਇੰਪਲੋਇਡ ਸਮਾਲ ਐਂਡ ਮਾਈਕਰੋ ਹੈਗੇ ਆ, ਲਘੂ ਕੁਟੀਰ ਉਦਯੋਗ ਵਾਲੇ, ਇਹ ਬੇਰੋਜ਼ਗਾਰ ਹੋਣਗੇ। ਜਿਹੜਾ ਰੋਜ਼ਗਾਰ ਉਹਨਾਂ ਨੇ ਦਿੱਤਾ ਉਹਨਾਂ ਨੂੰ ਵੀ ਬੇਰੋਜ਼ਗਾਰੀ ਹੋਏਗੀ। ਉਹਨਾਂ ਨੇ ਉਹ ਇੰਨਾ ਇੰਪ੍ਰੈਸ ਹੋਏ ਰਾਜੀਵ ਗਾਂਧੀ ਜੀ, ਉਸੇ ਵਕਤ ਉਹਨਾਂ ਨੇ ਆਰਡਰ ਕਰਤਾ ਕਿ ਜਿਹੜਾ ਡੀ ਰਿਜ਼ਰਵ ਕਰਨ ਦਾ ਨੋਟੀਫਿਕੇਸ਼ਨ ਸੀ ਉਹਨੂੰ ਵਿਡਰਾ ਕਰ। ਨਮਸਕਾਰ, ਮੈਂ ਸੰਦੀਪ ਸ਼ਰਮਾ ਇੱਕ ਵਾਰੀ ਫਿਰ ਤੁਹਾਡੇ ਨਾਲ ਰੂਬਰੂ ਹੋ ਰਿਹਾ। ਸੋ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਲੁਧਿਆਣਾ ਸ਼ਹਿਰ ਨੂੰ ਲੈ ਕੇ। ਲੁਧਿਆਣਾ ਸ਼ਹਿਰ ਜਿਹਨੂੰ ਕਿ ਮਾਨਚੈਸਟਰ ਕਿਹਾ ਜਾਂਦਾ, ਪੂਰੇ ਵਰਲਡ ਦੇ ਵਿੱਚ ਮਾਨਚੈਸਟਰ ਦੇ ਨਾਮ ਤੇ ਜਾਣਿਆ ਜਾਂਦਾ, ਪਰ ਇਹ ਲੁਧਿਆਣਾ ਸ਼ਹਿਰ ਨੂੰ ਮਾਨਚੈਸਟਰ ਬਣਾਉਣ ਵਾਲੇ ਵੀ ਕੁਝ ਖਾਸ ਜਿਹੜੇ ਲੋਕ ਰਹੇ ਹੈ। ਸੋ ਇਹਨਾਂ ਵਿੱਚੋਂ ਇੱਕ ਖਾਸ ਸ਼ਖਸੀਅਤ ਹੈਗੀ ਹੈ ਜੋਗਿੰਦਰ ਕੁਮਾਰ ਜੀ, ਜਿਹੜੇ ਕਿ ਉਹ ਇੰਡਸਟਰੀਅਲ ਨੇਤਾ ਰਹੇ ਜਿਨ੍ਹਾਂ ਨੇ ਇੰਡਸਟਰੀ ਦੇ ਵਿੱਚ ਮਾਈਕਰੋ ਵਰਡ ਨੂੰ ਇੰਟਰੋਡਿਊਸ ਕੀਤਾ। ਜੀ ਹਾਂ, ਇੰਡਸਟਰੀ ਦੇ ਵਿੱਚ ਮਾਈਕਰੋ ਵਰਡ ਨੂੰ ਇੰਟਰੋਡਿਊਸ ਕਰਨ ਵਾਲੇ ਜੋਗਿੰਦਰ ਕੁਮਾਰ ਜੀ, ਜਿਨ੍ਹਾਂ ਦਾ ਹਾਲ ਹੀ ਕੁਝ ਦਿਨ ਪਹਿਲਾਂ ਨਿਧਨ ਹੋਇਆ। ਸੋ ਅਸੀਂ ਉਹਨਾਂ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋਏ ਹਾਂ, ਉਹਨਾਂ ਦੇ ਸਪੁੱਤਰਾਂ ਦੇ ਨਾਲ ਗੱਲਬਾਤ ਕਰਦੇ ਹਾਂ, ਜਾਣਦੇ ਕਿ ਕਿੱਦਾਂ ਉਹਨਾਂ ਦਾ ਇਹ ਸਫ਼ਰ ਸ਼ੁਰੂ ਹੋਇਆ, ਉਹਨਾਂ ਦੇ ਜੀਵਨ ਤੇ ਕੁਝ ਪਲਾਂ ਤੇ ਨਜ਼ਰ ਦੌੜਾਉਂਦੇ ਹੋਏ ਉਹਨਾਂ ਤੋਂ ਕੁਝ ਸਿੱਖਣ ਦੀ ਕੋਸ਼ਿਸ਼ ਕਰਦੇ ਹਾਂ। ਸਰ ਨਮਸਕਾਰ ਜੀ। ਨਮਸਕਾਰ ਜੀ, ਮੈਂ ਅਰੁਣ ਕੁਮਾਰ ਅਗਰਵਾਲ, ਮੈਂ ਜੋਗਿੰਦਰ ਕੁਮਾਰ ਜੀ ਦਾ ਐਲਡਰ ਸਨ ਹਾਂ ਜੀ। ਸੋ ਮੈਂ ਸਿਰਫ ਇੰਨਾ ਹੀ ਕਹਿਣਾ ਚਾਹਾਂ ਕਿ ਸਾਡੇ ਫਾਦਰ ਸਾਹਿਬ, ਉਹ ਸਨ 1954 'ਚ ਉਹਨਾਂ ਦੀ ਸ਼ਾਦੀ ਹੋਈ ਸੀ, ਔਰ ਉਸ ਵੇਲੇ ਦੇ ਹਿਸਾਬ ਨਾਲ ਜੋ ਐਜੂਕੇਸ਼ਨ ਸੀ, ਸਾਡੇ ਫਾਦਰ ਸਾਹਿਬ ਨੇ BA ਔਰ BT ਕੀਤੀ ਸੀ। ਹਾਲਾਂਕਿ ਸਾਡਾ ਫੈਮਿਲੀ ਬਿਜ਼ਨਸ ਕੱਪੜੇ ਦਾ ਸੀਗਾ, ਪਰ ਉਹ ਕਿਉਂਕਿ ਐਜੂਕੇਸ਼ਨ ਦੇ ਹਿਸਾਬ ਨਾਲ ਉਸ ਟਾਈਮ 'ਚ ਵੀ ਉਹ ਸ਼ਾਪ ਤੇ ਬੈਠਣ 'ਚ ਇੰਟਰਸਟਿਡ ਨਹੀਂ ਸੀ। ਉਹਨਾਂ ਨੇ ਸੋਚਿਆ ਕਿ ਮੈਂ ਐਜੂਕੇਟਿਡ ਹੈ ਤੇ ਮੈਂ ਕੁਝ ਹੋਰ ਕੰਮ ਦੇਖਾਂ, ਤੇ ਉਹਨਾਂ ਨੇ ਜਿਹੜਾ ਆਪਣੀ ਸ਼ੁਰੂਆਤ ਕੀਤੀ, ਜੋ ਅਸੀਂ ਉਹਨਾਂ ਤੋਂ ਬਚਪਨ ਤੋਂ ਸੁਣਦੇ ਆ ਰਹੇ ਹਾਂ
ਕਿ ਪਹਿਲਾਂ ਕੰਮ ਉਹਨਾਂ ਨੇ ਸ਼ੁਰੂ ਕੀਤਾ ਅੰਬਾਲਾ ਦੇ ਵਿੱਚ ਜਾ ਕੇ ਨਾ ਜੀ, ਤੇ ਬਰੁਕ ਬੌਂਡ ਕੰਪਨੀ ਜਿਹੜੀ ਆਈ ਸੀ, ਬਾਹਰਲੀ ਕੰਪਨੀ ਸੀ, ਉਹਨਾਂ ਦੇ ਵਿੱਚ ਐਜ਼ ਸੇਲਸਮੈਨ ਕੰਮ ਕੀਤਾ ਉਹਨਾਂ ਨੇ ਕੋਈ 5-6 ਮਹੀਨੇ। ਮਤਲਬ ਜਿਹੜੀ ਅਸੀਂ ਕਹਿੰਦੇ ਪਿਕਚਰਾਂ ਪੁਰਾਣੇ ਜ਼ਮਾਨੇ 'ਚ ਦੇਖਦੇ ਸੀ ਕਿ ਸੇਲ ਕਰ ਰਹੇ ਆ ਮੱਲਿਆਂ ਦੇ ਵਿੱਚ ਜਾ ਕੇ, ਉਹ ਕੰਮ ਸ਼ੁਰੂ ਕੀਤਾ। ਦੈਨ ਕਿਉਂਕਿ ਉਹਨਾਂ ਨੇ ਬੀਟੀ ਕੀਤੀ ਹੋਈ ਸੀ ਤੇ ਫਿਰ ਉਹ ਉੱਥੇ ਚਲੇ ਗਏ ਰੋਹਤਕ ਜਾ ਕੇ ਉਹਨਾਂ ਨੇ 5 ਸਾਲ 1956 ਤੋਂ ਲੈ ਕੇ 1961 ਵੈਸ਼ ਸਕੂਲ ਦੇ ਵਿੱਚ ਐਜ਼ ਟੀਚਰ ਕੰਮ ਕੀਤਾ ਔਰ ਉੱਥੇ 5 ਸਾਲ ਹੋਸਟਲ ਦੇ ਵਾਰਡਨ ਵੀ ਰਹੇ। ਤੇ ਫਿਰ ਉਹ ਸ਼ਿਫਟ ਹੋ ਗਏ ਮੋਗਾ ਦੇ ਵਿੱਚ। ਮੋਗਾ ਉਹਨਾਂ ਨੇ ਆ ਕੇ ਫੂਡ ਸਪੈਸ਼ਲਿਟੀ ਲਿਮਟਿਡ ਦੇ ਵਿੱਚ, ਨੈਸਲੇ ਦੇ ਵਿੱਚ, ਜਿਹਨੂੰ ਅਸੀਂ ਜਾਣਦੇ ਹਾਂ, ਜਿਹੜੀ ਕਿ ਵਰਲਡ ਦੇ ਤਕਰੀਬਨ 70% ਪ੍ਰੋਡਕਟਸ ਮੈਨੂਫੈਕਚਰ ਕਰਦੀ ਆਲ ਓਵਰ ਦੀ ਵਰਲਡ, ਉੱਥੇ 2 ਸਾਲ ਕੰਮ ਕੀਤਾ। ਪਰ ਖੁਆਇਸ਼ਾਂ ਲੰਬੀਆਂ ਸੀਗੀਆਂ, ਸਫ਼ਰ ਲੰਬਾ ਤੈਅ ਕਰਨਾ ਸੀ, ਤੇ ਉਹਨਾਂ ਨੇ ਸਨ 1963 ਦੇ ਵਿੱਚ ਲੁਧਿਆਣਾ ਆਪਣੇ ਆ ਕੇ ਤੇ ਇੰਡਸਟਰੀਅਲ ਐਸਟੇਟ ਦੇ ਵਿੱਚ ਜਿਹੜਾ ਆਪਣਾ ਯੂਨਿਟ ਐਸਟੈਬਲਿਸ਼ ਕੀਤਾ। ਉੱਥੇ ਛੋਟੇ ਜਿਹੇ ਕੰਮ ਤੋਂ ਸ਼ੁਰੂਆਤ ਕੀਤੀ ਔਰ ਮੈਂ ਜਿੱਥੇ ਤੱਕ ਬਚਪਨ 'ਚ ਮੈਨੂੰ ਯਾਦ ਹੈ, ਅਸੀਂ ਫੈਕਟਰੀ ਜਾਂਦੇ ਸੀ। ਉਹਨਾਂ ਦਿਨਾਂ 'ਚ ਐਜੂਕੇਸ਼ਨ ਲੈਵਲ ਵਾਸ ਨਾਟ ਵੈਰੀ ਹਾਈ ਇਨ ਲੁਧਿਆਣਾ, ਕਿਉਂਕਿ ਇੰਡਸਟਰੀ ਵੀ ਬਿਲਕੁਲ ਸਮਾਲ ਇੰਡਸਟਰੀ ਸੀ, ਵੱਡੀ ਇੰਡਸਟਰੀ ਨਹੀਂ ਸੀ। ਸਿਰਫ ਉਸ ਵੇਲੇ 2 ਨਾਮ ਸੀ, ਹੀਰੋ ਤੇ A1। ਉਹਨੂੰ ਛੱਡ ਕੇ ਸਾਰੇ ਮਾਈਕਰੋ ਇੰਡਸਟਰੀਅਲਿਸਟ ਸੀਗੇ ਤੇ ਐਕਸਪੋਰਟ ਵੀ ਸਾਡੇ ਲੁਧਿਆਣੇ 'ਚ ਕੋਈ ਬਹੁਤ ਜ਼ਿਆਦਾ ਨਹੀਂ ਸੀ। ਤੇ ਮੈਨੂੰ ਯਾਦ ਹੈ ਆਪਣੀ ਗ੍ਰੀਨ ਬੁੱਕ ਤੇ ਰੈੱਡ ਬੁੱਕ 2 ਆਉਂਦੀਆਂ ਹੁੰਦੀਆਂ ਸੀ, ਗਵਰਨਮੈਂਟ ਦੀ ਹਰ ਸਾਲ ਪਬਲਿਸ਼ ਹੁੰਦੀ ਸੀ, ਜਿਹਨੂੰ ਅਸੀਂ ਇੰਪੋਰਟ ਪਾਲਿਸੀ ਐਂਡ ਐਕਸਪੋਰਟ ਪਾਲਿਸੀ ਕਹਿੰਦੇ ਹਾਂ। ਤੇ ਉਹ ਇੰਪੋਰਟ ਤੇ ਐਕਸਪੋਰਟ ਪਾਲਿਸੀ ਦੀ ਬੁੱਕਸ ਫਾਦਰ ਸਾਹਿਬ ਦਿੱਲੀ ਜਾ ਕੇ ਬੱਸ ਉਹਨਾਂ ਨੇ ਲੈ ਕੇ ਆਣੀ ਹੈ ਤੇ ਫਿਰ ਉੱਥੇ ਸਾਰੇ ਇੰਡਸਟਰੀਅਲ ਸਟੇਟ ਦੇ ਬੰਦੇ ਆ ਗਏ, ਸਾਰੇ ਇੰਡਸਟਰੀਅਲਿਸਟ ਇਕੱਠੇ ਹੁੰਦੇ ਸੀ, ਬੈਠ ਕੇ ਡਿਸਕਸ ਕਰਦੇ ਸੀ ਵੀ ਐਤਕੀ ਇੰਪੋਰਟ ਪਾਲਿਸੀ 'ਚ ਕੀ ਆਇਆ, ਐਕਸਪੋਰਟ ਪਾਲਿਸੀ 'ਚ ਕੀ ਆਇਆ, ਤੇ ਅਸੀਂ ਕਿਸ ਤਰ੍ਹਾਂ ਆਪਣੇ ਬਿਜ਼ਨਸ ਦਾ ਵਿਸਤਾਰ ਕਰ ਸਕਦੇ ਹਾਂ। ਤੇ ਉਹ ਧੀਰੇ ਉਹਨਾਂ ਨੇ ਬਾਕੀ ਲੋਕਾਂ ਨੂੰ ਵੀ ਇਸ ਚੀਜ਼ ਮਦਦ ਕੀਤੀ ਕਿ ਵੀ ਉਹ ਆਪਣੀ ਐਕਸਪੋਰਟ ਦੇ ਵਿੱਚ ਵੀ ਕਿੱਦਾਂ ਐਡ ਅਪ ਕਰ ਸਕਦੇ ਆ। ਫਿਰ 1970 ਦੇ ਵਿੱਚ ਚੇਨ ਮੈਨੂਫੈਕਚਰਿੰਗ ਦਾ ਯੂਨਿਟ ਉੱਥੇ ਜਨਰਲ ਮੈਟਲ ਸ਼ੁਰੂ ਕੀਤਾ ਤੇ ਇਸ ਤਰ੍ਹਾਂ ਸਫ਼ਰ ਚੱਲਦੇ ਜਿਹੜਾ ਨਾ 1985 ਜਾ ਕੇ ਜਿਹੜੀ ਯੂਨਾਈਟਿਡ ਸਾਈਕਲ ਪਾਰਟਸ ਮੈਨੂਫੈਕਚਰਰ ਐਸੋਸੀਏਸ਼ਨ ਹੈ, ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ one of the largest organization in the world, ਜਿਹਦੇ ਉਸ ਵੇਲੇ ਵੀ 2500 ਮੈਂਬਰ ਇਹਨਾਂ ਨੇ ਕ੍ਰੀਏਟ ਕੀਤੇ ਸੀਗੇ, ਉਹਦੇ ਇਹ ਪਹਿਲੀ ਵਾਰੀ ਪ੍ਰੈਜ਼ੀਡੈਂਟ ਬਣੇ 1985 ਦੇ। ਉੱਥੇ ਫਿਰ ਇਹਨਾਂ ਦਾ ਸਫ਼ਰ ਜਿਹੜਾ ਇੰਡਸਟਰੀ ਦੀ ਹੈਲਪ ਕਰਨ ਵਿੱਚ ਅੱਗੇ ਚੱਲਿਆ। ਬਾਕੀ ਛੋਟੇ ਬ੍ਰਦਰ ਰਾਜਨ ਗੁਪਤਾ ਜੀ ਦੱਸਣਗੇ। ਸੋ ਗੱਲਬਾਤ ਕਰਦੇ ਰਾਜਨ ਜੀ, ਤੁਸੀਂ ਦੱਸੋ ਕਿ ਕਿੱਦਾਂ ਮਾਈਕਰੋ ਨੂੰ ਲੈ ਕੇ ਇਹਨਾਂ ਨੇ ਲੜਾਈ ਲੜੀ। ਬਹੁਤ ਸਾਰਾ ਸਾਨੂੰ ਯਾਦ ਹੈ ਕਿ ਇਹਨਾਂ ਦੀ ਦਿੱਤੀਆਂ ਹੋਈਆਂ ਸੁਜੈਸ਼ਨਸ ਜਿਹੜੀਆਂ ਪ੍ਰਧਾਨ ਮੰਤਰੀ ਹਾਊਸ ਤੱਕ ਵੀ ਪਹੁੰਚਦੀਆਂ ਸੀਗੀਆਂ ਔਰ ਉਦੋਂ ਬੜੀਆਂ ਚੀਜ਼ਾਂ ਪਾਲਿਸੀਜ਼ ਦੇ ਬਾਰੇ ਗੱਲ ਕੀਤੀ ਜਾਂਦੀ ਸੀ। ਸਰ ਸੰਦੀਪ ਜੀ, ਮਾਈਕਰੋ ਵਰਡ ਜਿਹੜਾ MSME ਡਿਵੈਲਪਮੈਂਟ ਐਕਟ ਬਣਿਆ, ਉਹਦੇ ਵਿੱਚ ਮਾਈਕਰੋ ਵਰਡ ਬਾਊ ਜੀ ਦੀ ਪ੍ਰੈਜੈਂਟੇਸ਼ਨ ਤੇ ਇਹਨਾਂ ਦੀ ਡਿਮਾਂਡ ਤੇ ਪਾਇਆ ਗਿਆ। ਸੂਖਸ਼ਮ ਉਦਯੋਗ ਹਿੰਦੀ ਚ ਕਹਿੰਦੇ ਅਸੀਂ ਉਹਨੂੰ, ਬਹੁਤ ਛੋਟੀ ਕੁਟੀਰ ਕਹਿ ਦਿੰਦੇ ਆ, ਕੁਟੀਰ ਉਦਯੋਗ, ਸੂਖਸ਼ਮ ਉਦਯੋਗ। ਇਹ ਉਹ ਇੰਡਸਟਰੀ ਸੀ ਜਿਹੜੀ ਕਿ ਜਿਹਦੀ ਕੋਈ ਰਖਵਾਲਾ ਨਹੀਂ ਸੀ, ਜਿਹਦੀ ਕੋਈ ਸੁਣਵਾਈ ਨਹੀਂ ਸੀਗੀ, ਤੇ ਬਾਊ ਜੀ ਉਸ ਸੈਕਟਰ ਚੋਂ ਨਿਕਲੇ ਸੀਗੇ ਤੇ ਉਹਨਾਂ ਨੂੰ ਪਤਾ ਸੀਗਾ ਕਿ ਵੀ ਇਹਦਾ ਕੇਸ ਟੇਕ ਅਪ ਕਰਨ ਵਾਲਾ ਕੋਈ ਨਹੀਂ ਹੈਗਾ। ਤਾਂ ਇਸ ਕਰਕੇ ਉਹਨਾਂ ਨੇ ਇਹਦਾ ਬੀੜਾ ਚੱਕਿਆ। ਮਾਈਕਰੋ ਵਰਡ ਸਾਰੇ ਲਫ਼ਜ਼ ਦੀ ਪਰਿਭਾਸ਼ਾ ਬਾਊ ਜੀ ਨੇ ਇੰਡਸਟਰੀ ਨੂੰ ਤੇ ਸਰਕਾਰ ਨੂੰ ਤੇ ਅਫਸਰਾਂ ਨੂੰ ਦੱਸ ਕੇ ਜ਼ੋਰ ਪਾ ਕੇ ਤੇ ਉਹਨੂੰ ਇੰਟਰੋਡਿਊਸ ਕਰਵਾਇਆ। ਤਾਂ ਇਹਦਾ ਨਾਮ ਮਾਈਕਰੋ ਐਂਡ ਸਮਾਲ ਮੀਡੀਅਮ ਐਂਟਰਪ੍ਰਾਈਜ਼ਸ ਐਕਟ ਬਣਿਆ 2006 ਡਿਵੈਲਪਮੈਂਟ ਐਕਟ। ਤੇ ਸਾਨੂੰ ਅਸੀਂ ਦੇਖਦੇ ਸੀਗੇ ਕਿ ਉਹਨਾਂ ਨੂੰ ਇੰਡਸਟਰੀ ਦਾ ਡਾਟਾ ਬੈਂਕ ਵੀ ਕਿਹਾ ਜਾਂਦਾ ਸੀਗਾ ਔਰ ਬਹੁਤ ਸਾਰੀਆਂ ਸੁਜੈਸ਼ਨਸ, ਜਿਵੇਂ ਪ੍ਰਧਾਨ ਮੰਤਰੀ ਜਿਹੜੇ ਸਾਡੇ ਮਨਮੋਹਨ ਸਿੰਘ ਜੀ ਰਹੇ ਆ, ਉਹਨਾਂ ਨਾਲ ਵੀ ਬੜੀ ਨੇੜਤਾ ਸੀਗੀਆਂ, ਉਹਨਾਂ ਨਾਲ ਉਹ ਵੀ ਬੜੀਆਂ ਸੁਜੈਸ਼ਨਸ ਲੈਂਦੇ ਸੀ। ਉਹ ਕਿੱਦਾਂ ਸੀ? ਜਿਸ ਤਰ੍ਹਾਂ ਭਾਈ ਸਾਹਿਬ ਨੇ ਦੱਸਿਆ ਕਿ ਉਸ ਜ਼ਮਾਨੇ ਦੇ ਐਜੂਕੇਸ਼ਨ ਦਾ ਲੈਵਲ ਘੱਟ ਸੀਗਾ ਤੇ ਇਹ ਉਸ ਜ਼ਮਾਨੇ ਦੇ ਹਿਸਾਬ ਨਾਲ ਹਾਈਲੀ ਐਜੂਕੇਟਿਡ ਸੀਗੇ, ਗ੍ਰੈਜੂਏਟ ਸੀ, ਨਾਲ B.Ed ਕੀਤੀ ਸੀਗੀ। ਤਾਂ ਇਹਨਾਂ ਦਾ ਇੰਗਲਿਸ਼ ਦਾ ਵੀ ਕਮਾਂਡ ਅੱਛਾ ਸੀਗਾ
ਮੈਂ ਇਹਦੇ ਵਿੱਚ ਇਹ ਵੀ ਐਡ ਕਰਨਾ ਚਾਹੂੰਗਾ ਕਿ ਆਸ ਪੜੋਸ ਤੋਂ ਦੂਰ ਦੂਰ ਤੋਂ ਵੀ ਇੰਡਸਟਰੀਸਟਾਂ ਨੇ ਕੋਈ ਐਪਲੀਕੇਸ਼ਨ ਵੀ ਲਿਖਾਣੀ ਹੁੰਦੀ ਸੀਗੀ ਤੇ ਪਾਪਾ ਜੀ ਕੋਲੋਂ ਆ ਕੇ ਲਿਖਵਾਉਂਦੇ ਸੀਗੇ। ਉਦੋਂ ਪੈਨ ਕਾਗਜ਼ ਦਾ ਲਿਖਣ ਦਾ, ਹੱਥ ਨਾਲ ਲਿਖਣ ਦਾ ਹੀ ਜ਼ਮਾਨਾ ਸੀਗਾ। ਮਸ਼ੀਨਰੀ ਇਦਾਂ ਦਾ ਟਾਈਪਿਸਟ ਪਹਿਲਾਂ ਟਾਈਪਰਾਈਟਰ ਨਹੀਂ ਸੀਗੇ। ਜਦੋਂ ਟਾਈਪਰਾਈਟਰ ਆਇਆ ਤੇ ਟਾਈਪ ਵੀ ਆਪ ਹੀ ਕਰਦੇ ਸੀਗੇ, ਟਾਈਪ ਮਸ਼ੀਨ ਵੀ ਲਿਆਂਦੀ, ਉਹਦੇ ਤੇ ਆਪ ਹੀ ਲਿਖਦੇ ਸੀਗੇ। ਸੋ ਹੋਰ ਕਿੱਦਾਂ ਦੀਆਂ, ਜਿਵੇਂ ਇੱਕ ਸਾਨੂੰ ਇਹ ਪਤਾ ਲੱਗਿਆ ਸੀਗਾ ਕਿ ਇੱਕ ਵੇਲਾ ਸੀਗਾ ਕਿ ਇਹਨਾਂ ਨੇ ਟਾਈਨੀ ਇੰਡਸਟਰੀ ਦੀ ਬਾਹ ਫੜ ਕੇ ਇੱਕ ਵੱਡੀ ਲੜਾਈ ਵੀ ਲੜੀ ਔਰ ਸੀਟੀਪੀ ਵੀ ਸੈਟਅਪ ਕਰਾਇਆ। ਉਹ ਸਾਰੀਆਂ ਚੀਜ਼ਾਂ ਦੀ ਸ਼ੁਰੂਆਤ ਕਿੱਦਾਂ? ਬਾਊ ਜੀ ਨੇ ਪਹਿਲਾਂ ਤਾਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ UCPMA ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂਫੈਕਚਰਰ ਐਸੋਸੀਏਸ਼ਨ ਦੀ ਰਹਿਨੁਮਾਈ ਕੀਤੀ। 10 ਟਰਮਸ ਇਹ ਜਾਂ ਤਾਂ ਪ੍ਰਧਾਨ ਜਾਂ ਬਤੌਰ ਜਨਰਲ ਸੈਕਟਰੀ ਸੇਵਾ ਕੀਤੀ। ਉਸ ਤੋਂ ਬਾਅਦ ਇਹਦੇ ਨਾਲ ਹੀ ਇਲੈਕਟ੍ਰੋਪਲੇਟਰ ਐਸੋਸੀਏਸ਼ਨ ਦੀ ਸੇਵਾ ਵੀ ਲਈ, ਉਹਦੇ ਵੀ ਪ੍ਰਧਾਨ ਬਣੇ ਤੇ ਹੁਣ ਤੱਕ ਰਹੇ। ਤੇ ਇਸ ਤੋਂ ਬਾਅਦ 2006 ਦੇ ਵਿੱਚ ਲੁਧਿਆਣਾ ਐਫਲੂਐਂਟ ਟ੍ਰੀਟਮੈਂਟ ਸੁਸਾਇਟੀ ਬਣਾਈ ਗਈ, ਜਿਹਦਾ ਲਕਸ਼ ਸੀਗਾ ਕਿ ਅਸੀਂ ਪੋਲਿਊਟਿਡ ਵਾਟਰ ਨੂੰ ਟ੍ਰੀਟਮੈਂਟ ਕਰਨਾ ਤੇ ਜਿਹੜਾ CTP ਹੈ ਉਹਨੂੰ ਚਲਾਉਣਾ। ਉਹ 2006 ਦੇ ਵਿੱਚ ਟ੍ਰੀਟਮੈਂਟ ਸੁਸਾਇਟੀ ਬਣਾ ਕੇ ਐਫਲੂਐਂਟ ਟ੍ਰੀਟਮੈਂਟ ਪਲਾਂਟ ਨੂੰ ਚਾਲੂ ਕਰਨ ਵਾਲੇ ਫਾਊਂਡਰ CEO ਬਾਊ ਜੀ ਬਣੇ। ਆਪਣੀ ਟੀਮ ਦੇ ਨਾਲ ਬੜੀ ਕੜੀ ਮਿਹਨਤ ਕਰਕੇ ਇਹਨਾਂ ਨੇ ਉਸ ਨੂੰ ਚਾਲੂ ਕੀਤਾ ਤੇ ਇਲੈਕਟ੍ਰੋਪਲੇਟਿੰਗ ਇੰਡਸਟਰੀ ਨੂੰ, ਸਾਈਕਲ ਇੰਡਸਟਰੀ ਨੂੰ ਬਹੁਤ ਵੱਡੀ ਰਾਹਤ ਮਿਲੀ, ਜਿਹੜੀ ਕਿ ਬੰਦ ਹੋਣ ਦੇ ਕਗਾਰ ਤੇ ਸੀ। ਦੂਸਰੀ, ਇਹਨਾਂ ਨੇ ਸਨ 1990 ਦੇ ਵਿੱਚ ਜਿਹੜਾ 8 ਫੇਸ ਕੱਟਿਆ ਗਿਆ, ਅੱਜ ਜਿਹਨੂੰ ਅਸੀਂ ਫੋਕਲ ਪੁਆਇੰਟ ਫੇਸ 8 ਦੇ ਨਾਮ ਤੇ ਜਾਣਦੇ ਹਾਂ, ਇਹ ਕਰੀਬ 600 ਏਕੜ ਜਗ੍ਹਾ ਅਕਵਾਇਰ ਕਰਵਾਈ ਸੀਗੀ ਫॉर ਰੈਲੋਕੇਸ਼ਨ ਆਫ ਪੋਲਿਊਟਿੰਗ ਇੰਡਸਟਰੀ, ਯਾਨੀ ਜਿਹੜੀ ਪ੍ਰਦੂਸ਼ਣ ਪੈਦਾ ਕਰਨ ਵਾਲੀ ਇੰਡਸਟਰੀ ਹੈ, ਇਲੈਕਟ੍ਰੋਪਲੇਟਿੰਗ ਇੰਡਸਟਰੀ ਹੈ, ਉਹਨੂੰ ਸ਼ਹਿਰ ਦੇ ਵਿੱਚੋਂ ਤੰਗ ਗਲੀਆਂ ਚੋਂ ਬਾਹਰ ਕੱਢ ਕੇ ਇੱਕ ਪਲੈਨਡ ਆਰਗੇਨਾਈਜ਼ਡ ਫੋਕਲ ਪੁਆਇੰਟ ਦੇ ਵਿੱਚ ਲੈ ਕੇ ਸ਼ਿਫਟ ਕਰਨ ਦੇ ਮੰਤਵ ਦੇ ਨਾਲ ਸਰਕਾਰ ਦੇ ਨਾਲ ਬੀੜਾ ਚੱਕ ਕੇ ਉਹਨੂੰ ਜਗ੍ਹਾ ਐਕਵਾਇਰ ਕਰਾਈ। ਲੇਕਿਨ ਬਦਕਿਸਮਤੀ ਦੇ ਨਾਲ ਜਦੋਂ ਸਰਕਾਰ ਬਣੀ ਤਾਂ ਉਹ ਜਗ੍ਹਾ ਛੋਟੀ ਇੰਡਸਟਰੀ ਨੂੰ ਮਿਲਣ ਦੀ ਬਜਾਏ ਉਹਦੇ ਚੋਂ ਜ਼ਿਆਦਾ ਵੱਡਾ ਚੰਕ ਜਿਹੜਾ ਉਹ ਲਾਰਜ ਇੰਡਸਟਰੀ ਕੋਲੇ ਚਲਾ ਗਿਆ ਤੇ ਛੋਟੀ ਇੰਡਸਟਰੀ ਦੀ ਰੈਲੋਕੇਸ਼ਨ ਵੀ ਨਾ ਹੋ ਪਾਈ। ਕੁਝ ਥੋੜੀ ਜ਼ਮੀਨ ਤਾਂ ਦਿੱਤੀ ਲੇਕਿਨ ਪੂਰਾ ਮਕਸਦ ਹੱਲ ਨਹੀਂ ਪਾਇਆ। ਸੋ ਇਸ ਤੋਂ ਇਲਾਵਾ ਜਿਵੇਂ ਸਾਨੂੰ ਇਹ ਵੀ ਪਤਾ ਲੱਗਿਆ ਸੀਗਾ ਕਿ ਵੱਖ-ਵੱਖ ਜਦੋਂ ਬਜਟਿੰਗ ਦੇ ਦੌਰਾਨ ਬਜਟ ਬਣਦਾ ਸੀ ਹਰ ਸਾਲ, ਸੋ ਉਸ ਦੌਰਾਨ ਜਿਹੜੇ ਫਾਈਨਾਂਸ ਕਮੇਟੀਆਂ ਦੇ ਵਿੱਚ ਵੀ ਇਹਨਾਂ ਨੂੰ ਲਿੱਤਾ ਗਿਆ ਸੀ, ਇਹਨਾਂ ਦੀ ਸੁਜੈਸ਼ਨਸ ਦੀ ਬੜੀ ਵੈਲਿਊ ਹੁੰਦੀ ਸੀ। ਇਹ ਸਾਰਾ ਕਿੱਦਾਂ ਹੋਇਆ? ਇਸ ਤਰ੍ਹਾਂ ਜੀ, ਪ੍ਰੀ ਬਜਟ ਮੀਟਿੰਗਸ ਦੇ ਵਿੱਚ ਪਾਰਟਿਸਿਪੇਟ ਕਰਦੇ ਸੀ। ਡਾਕਟਰ ਮਨਮੋਹਨ ਸਿੰਘ ਫਾਈਨਾਂਸ ਮਿਨਿਸਟਰ ਸੀਗੇ, ਸੈਕਟਰੀ ਸੀਗੇ ਪਹਿਲਾਂ, ਫਿਰ ਫਾਈਨਾਂਸ ਮਿਨਿਸਟਰ ਬਣੇ। ਤਾਂ ਉਹ ਬਹੁਤ ਪ੍ਰਭਾਵਿਤ ਹੋਏ ਇਹਨਾਂ ਦੀ ਪ੍ਰੈਜੈਂਟੇਸ਼ਨ ਤੋਂ, ਜਿਹੜੇ ਡਾਟਾ ਇਹ ਲੈ ਕੇ ਜਾਂਦੇ ਸੀਗੇ। ਉਹਨਾਂ ਨੇ ਇਹਨਾਂ ਦੇ ਸੁਝਾਅ ਲੈਂਦੇ ਸੀਗੇ ਕਿ ਇੰਡਸਟਰੀ ਨੂੰ, ਸਮਾਲ ਇੰਡਸਟਰੀ ਨੂੰ, ਮਾਈਕਰੋ ਨੂੰ ਪ੍ਰਮੋਟ ਕਰਨ ਲਈ ਕੀ ਸੁਝਾਅ ਹੈ। ਇਹ ਬਕਾਇਦਾ ਆਪਣੀ ਰਿਪਰੈਜ਼ੈਂਟੇਸ਼ਨ ਤਿਆਰ ਕਰਕੇ ਦਿੰਦੇ ਸੀ, ਉੱਥੇ ਜਾ ਕੇ ਪ੍ਰੈਜੈਂਟੇਸ਼ਨ ਦਿੰਦੇ ਸੀ ਤਾਂ ਉਹ ਬਹੁਤ ਪ੍ਰਭਾਵਿਤ ਹੁੰਦੇ ਸੀ। ਇਹਨਾਂ ਨੇ ਇਸੇ ਤਰ੍ਹਾਂ ਆਪਣੀ ਪਰਫਾਰਮੈਂਸ ਦੇ ਨਾਲ ਹੀ ਇਹ ਸਾਰੇ ਸਰਕਾਰੀ ਦਰਬਾਰੇ ਅਫਸਰਾਂ ਦੀ, ਸਰਕਾਰਾਂ ਦੀ ਨਿਗਾਹ 'ਚ ਆਏ। ਮੈਂ ਤੁਹਾਨੂੰ ਇੱਕ ਇਸਤਾਸ ਸੁਣਾਉਣਾ। 1985 ਦੇ ਵਿੱਚ ਜਦੋਂ ਰਾਜੀਵ ਗਾਂਧੀ ਪ੍ਰਧਾਨ ਮੰਤਰੀ ਬਣੇ ਤਾਂ ਉਹਨਾਂ ਨੇ ਉਦੋਂ ਲੋਹੇ ਦੀ ਕੀਮਤਾਂ ਵਧੀਆਂ। ਉਹਨਾਂ ਨੇ ਚਿੰਤਾ ਜ਼ਾਹਿਰ ਕੀਤੀ ਵੀ ਸਾਈਕਲ ਇੱਕ ਆਮ ਆਦਮੀ ਦੀ, ਗਰੀਬ ਆਦਮੀ ਦੀ, ਪੂਅਰ ਮੈਨ ਵਹੀਕਲ ਕਹਿੰਦੇ ਆਪਾਂ ਇਹਨੂੰ, ਸਵਾਰੀ ਹੈ ਤੇ এনवायरमेंट ਫ੍ਰੈਂਡਲੀ ਹੈ। ਤਾਂ ਉਹ ਕੀਮਤਾਂ ਵਧਣ ਦੇ ਉੱਤੇ ਜਦੋਂ ਚਿੰਤਾ ਜਤਾਈ ਤਾਂ ਬਾਊ ਜੀ ਨੇ ਇੱਕ ਸਤਪਾਲ ਮਿੱਤਲ ਜੀ, ਸਾਡੇ ਮੈਂਬਰ ਪਾਰਲੀਮੈਂਟ ਹੁੰਦੇ ਸੀ ਰਾਜ ਸਭਾ ਦੇ ਲੁਧਿਆਣੇ ਤੋਂ, ਉਹ ਉਹਨਾਂ ਦੇ ਥਰੂ ਟਾਈਮ ਲੈ ਕੇ ਮਿਲੇ ਤਾਂ ਇਹਨਾਂ ਨੇ ਜਾ ਕੇ ਉਹਨਾਂ ਨੂੰ ਐਕਸਪਲੇਨ ਕੀਤਾ ਕਿ ਸਾਈਕਲ ਦੀ ਕੀਮਤ, ਰॉ ਮਟੀਰੀਅਲ ਦੀ ਕੀਮਤ ਵਧਣ ਕਰਕੇ ਮਹਿੰਗਾ ਹੋ ਰਿਹਾ ਸਾਈਕਲ। ਉਹਨਾਂ ਨੇ ਸੁਝਾਅ ਮੰਗਿਆ ਵੀ ਕਿਵੇਂ ਇਹਨੂੰ ਘਟਾਇਆ ਜਾ ਸਕਦਾ ਹੈ। ਤਾਂ ਬਾਊ ਜੀ ਨੇ ਦੱਸਿਆ ਕਿ ਇਸ ਵੇਲੇ ਸਿਰਫ TI ਸਾਈਕਲ ਕੋਲੇ ਲਾਇਸੈਂਸ ਹੈ ਟਿਊਬ ਮੈਨੂਫੈਕਚਰਿੰਗ ਦਾ, ਜਿਹੜੇ ਕਿ ਤਕਰੀਬਨ 7000 ਰੁਪਏ ਟਨ ਕਨਵਰਸ਼ਨ ਚਾਰਜ ਕਰਦੇ ਨੇ। ਤੇ ਜੇ ਤੁਸੀਂ ਲੁਧਿਆਣੇ ਦੀ ਇੰਡਸਟਰੀ ਨੂੰ ਇਹ ਲਾਇਸੈਂਸ ਦੇ ਦਿਓ ਤਾਂ ਉਹ 2000 ਰੁਪਏ ਟਨ ਦੇ ਉੱਤੇ ਕਨਵਰਸ਼ਨ ਕਰਕੇ ਲੁਧਿਆਣੇ ਦੀ ਇੰਡਸਟਰੀ ਨੂੰ ਮਾਲ ਸਪਲਾਈ ਕਰਨਗੇ। ਉਸ ਗੱਲ ਨੂੰ ਸੁਣ ਕੇ ਰਾਜੀਵ ਗਾਂਧੀ ਜੀ ਨੇ ਐਗਰੀ ਕੀਤਾ, ਉਸ ਵਕਤ ਦੇ ਵਰਤਮਾਨ ਪ੍ਰਧਾਨ ਮੰਤਰੀ ਜੀ ਨੇ, ਕਿ ਲੋਹੇ ਦੀ ਕੀਮਤ, ਸਾਈਕਲ ਦੀ ਕੀਮਤ ਘਟਣੀ ਚਾਹੀਦੀ ਹੈ ਤਾਂ ਲੁਧਿਆਣੇ ਦੀ ਇੰਡਸਟਰੀ ਨੂੰ, ਐਵਰੀ ਸਾਈਕਲ ਨੂੰ
ਏਵਨ ਸਾਈਕਲ ਵਾਲਿਆਂ ਨੂੰ ਸਰ ਲਾਇਸੈਂਸ ਗੱਲ ਵੀ ਆਈ ਸੀ ਕਿ ਇਹਨਾਂ ਨੇ ਸਰਕਾਰ ਨਾਲ ਲੜ ਕੇ ਕੁਝ ਕੋਟੇ ਵੀ ਸ਼ੁਰੂ ਕਰਵਾਏ ਸੀਗੇ ਇੰਡਸਟਰੀ ਲਈ, ਸਮਾਲ ਇੰਡਸਟਰੀ ਲਈ, ਉਹ ਕੀ ਸੀਗਾ? ਬਾਊ ਜੀ ਨੈਸ਼ਨਲ ਸਟੀਲ ਕੰਜ਼ਿਊਮਰ ਕਾਉਂਸਲ ਦੇ ਮੈਂਬਰ ਸੀਗੇ, ਤਾਂ ਉੱਥੇ ਜਦੋਂ ਵੀ ਕੋਈ ਪ੍ਰਾਈਸਿਸ ਵਧਦੀਆਂ ਸੀ ਤੇ ਇਹ ਸਟੀਲ ਦੀਆਂ ਕੀਮਤਾਂ ਦੇ ਵਧਣ ਦਾ ਮੁੱਦਾ ਬਹੁਤ ਜ਼ੋਰ ਸ਼ੋਰ ਨਾਲ ਉਠਾਉਂਦੇ ਸੀ ਤੇ ਉਹਦੇ ਤੇ ਚੈੱਕ ਰੱਖਦੇ ਸੀ। ਉਹਦਾ ਕੰਮ ਹੀ ਇਸ ਕਾਉਂਸਲ ਦਾ ਇਹ ਸੀਗਾ ਕਿ ਨਜਾਇਜ਼ ਕੀਮਤਾਂ ਨਾ ਵਧਣ, ਜੇ ਵਧਦੀਆਂ ਸੀ ਤੇ ਇਹ ਉਹਦਾ ਪ੍ਰੋਟੈਸਟ ਕਰਦੇ ਸੀ, ਉਹਦੇ ਅਗੇਂਸਟ ਬੋਲਦੇ ਸੀ। ਦੂਸਰਾ, ਉਸ ਵਕਤ ਇੰਡਸਟਰੀ ਨੂੰ, ਛੋਟੀ ਇੰਡਸਟਰੀ ਨੂੰ, ਲਘੂ ਕੁਟਿਓਰ ਨੂੰ ਬਿਲਕੁਲ ਵੀ ਕੋਈ ਡਾਇਰੈਕਟ ਰॉ ਮਟੀਰੀਅਲ ਨਹੀਂ ਸੀ ਮਿਲਦਾ, ਔਰ ਜਿਹੜਾ ਰਿਜ਼ਰਵ ਪ੍ਰਾਈਸ ਸੀਗਾ ਗਵਰਨਮੈਂਟ ਦਾ ਰੇਟ ਸੀ ਔਰ ਬਾਜ਼ਾਰ ਦੇ ਰੇਟ ਦੇ ਵਿੱਚ ਬਹੁਤ ਜ਼ਿਆਦਾ ਡਿਫਰੈਂਸ ਹੁੰਦਾ ਸੀ, ਪ੍ਰੀਮੀਅਮ ਹੁੰਦਾ ਸੀ, ਜਾਂ ਕਹ ਲਓ ਬਲੈਕ ਮਾਰਕੀਟਿੰਗ ਹੁੰਦੀ ਸੀ। 2 ਰੁਪਏ ਕਿਲੋ ਵਾਲੀ ਚੀਜ਼ 4 ਰੁਪਏ ਕਿਲੋ 'ਚ ਵਿਕਦੀ ਸੀਗੀ, ਇੰਡਸਟਰੀ ਨੂੰ ਮਹਿੰਗਾ ਮਾਲ ਲੈਣਾ ਪੈਂਦਾ ਸੀ। ਤਾਂ ਬਾਊ ਜੀ ਨੇ ਉਸ ਨੈਸ਼ਨਲ ਕੰਜ਼ਿਊਮਰ ਕਾਉਂਸਲ ਦੇ ਵਿੱਚ ਉਸ ਪਲੇਟਫਾਰਮ ਦਾ ਫਾਇਦਾ ਉਠਾਉਂਦੇ ਹੋਏ ਬਹੁਤ ਜ਼ੋਰਦਾਰ ਮੰਗ ਕਰਕੇ ਸਟੀਲ ਅਥਾਰਟੀ ਨੂੰ ਮਜਬੂਰ ਕੀਤਾ, ਸਰਕਾਰ ਨੂੰ ਮਜਬੂਰ ਕੀਤਾ ਕਿ ਸਟੀਲ ਅਥਾਰਟੀ ਛੋਟੇ ਉਦਯੋਗਪਤੀਆਂ ਨੂੰ, ਲਘੂ ਕੁਟੀਰ ਉਦਯੋਗਪਤੀਆਂ ਨੂੰ ਡਾਇਰੈਕਟ ਬੁਕਿੰਗ ਕਰਕੇ ਮਾਲ ਦੇਵੇ, ਔਰ ਉਹ ਸਾਰਿਆਂ ਨੂੰ ਮਾਲ ਮਿਲਿਆ ਲੁਧਿਆਣੇ ਦੀ ਸਾਈਕਲ ਇੰਡਸਟਰੀ ਨੂੰ, ਔਰ ਉਹਦੇ ਨਾਲ ਲੁਧਿਆਣੇ ਦੀ ਇੰਡਸਟਰੀ, ਸਾਈਕਲ ਇੰਡਸਟਰੀ ਨੇ, ਛੋਟੇ ਉਦਯੋਗਾਂ ਨੇ ਖਾਸ ਤੌਰ ਤੇ ਬਹੁਤ ਜ਼ਿਆਦਾ ਤਰੱਕੀ ਕੀਤੀ। ਉਸ ਤੋਂ ਬਾਅਦ ਸਰ ਇੱਕ ਲੰਬੇ ਸਮੇਂ ਤੋਂ ਬਾਅਦ, ਜਿਵੇਂ ਹਜੇ ਵੀ ਸਾਨੂੰ ਪਤਾ ਹੈ ਐਂਡਲੇ ਸਮੇਂ ਤੱਕ ਵੀ ਉਹ ਯੂਨਾਈਟਿਡ ਸਾਈਕਲ ਪਾਰਟ ਹੀ ਨਹੀਂ ਬਲਕਿ ਹੋਰ ਵੀ ਬੜੀ ਐਸੋਸੀਏਸ਼ਨਾਂ ਦਾ ਪ੍ਰਤੀਨਿਧਿਤਵ ਕਰ ਰਹੇ ਸੀ, ਉਹਦੇ ਬਾਰੇ ਕੁਝ ਜਾਣਕਾਰੀ? ਯੂਨਾਈਟਿਡ ਸਾਈਕਲ ਪਾਰਟ ਜਿਹੜੀ ਕਿ ਏਸ਼ੀਆ ਦੀ ਲਾਰਜੈਸਟ ਸਿੰਗਲ ਟ੍ਰੇਡ ਦੀ ਐਸੋਸੀਏਸ਼ਨ ਹੈ, ਉਹਦੇ ਬਹੁਤ ਸਾਲ ਇਹਨਾਂ ਨੇ ਬਤੌਰ 10 ਟਰਮ ਸੇਵਾ ਕੀਤੀ। ਇਸ ਤੋਂ ਇਲਾਵਾ ਲੁਧਿਆਣਾ ਇਲੈਕਟ੍ਰੋਪਲੇਟਰ ਐਸੋਸੀਏਸ਼ਨ ਦੇ ਪ੍ਰਧਾਨ ਰਹੇ, ਲੁਧਿਆਣਾ ਐਫਲੂਐਂਟ ਟ੍ਰੀਟਮੈਂਟ ਸੁਸਾਇਟੀ ਦੇ ਫਾਊਂਡਰ CEO, ਇਸ ਵੇਲੇ ਵੀ ਪ੍ਰੈਜ਼ੈਂਟ ਟਰਮ ਦੇ ਵਿੱਚ ਵੀ ਚੇਅਰਮੈਨ ਨੇ ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂਫੈਕਚਰਰ ਐਸੋਸੀਏਸ਼ਨ ਦੇ। ਇਸ ਤੋਂ ਇਲਾਵਾ ਲੁਧਿਆਣਾ ਫੋਕਲ ਪੁਆਇੰਟ ਐਸੋਸੀਏਸ਼ਨ ਫੇਸ 4 ਦੇ ਫਾਊਂਡਰ ਚੇਅਰਮੈਨ ਨੇ। ਇਸ ਤੋਂ ਇਲਾਵਾ ਇਹ ਡਾਇਰੈਕਟਰ ਵੀ ਰਹੇ ਲੁਧਿਆਣਾ ਸਟਾਕ ਐਕਸਚੇਂਜ ਦੇ, ਔਰ ਉਹਦੇ ਬਾਅਦ ਵਾਈਸ ਚੇਅਰਮੈਨ ਵੀ ਰਹੇ ਨੇ ਲੁਧਿਆਣਾ ਸਟਾਕ ਐਕਸਚੇਂਜ ਦੇ। ਸੋ ਇਸ ਤੋਂ ਇਲਾਵਾ ਇੱਕ ਵਾਰੀ ਫੇਰ ਭਾਜੀ ਨੂੰ ਉਹਨਾਂ ਨੂੰ ਪੁੱਛਾਂਗੇ, ਜਿਹੜੇ ਵੱਡੇ ਬੇਟੇ ਹੈ ਉਹਨਾਂ ਨੂੰ ਪੁੱਛਾਂਗੇ ਕਿ ਕੁਝ ਹੋਰ ਅਚੀਵਮੈਂਟਸ ਜਿਵੇਂ ਕੀ ਰਹੀਆਂ ਇਹਨਾਂ ਦੀਆਂ। ਦੇਖੋ ਜੀ, ਅਚੀਵਮੈਂਟਸ ਤਾਂ ਸੰਦੀਪ ਜੀ ਇਹ ਸੀ ਕਿ ਹੀ ਵਾਜ਼ ਅ ਸੈਲਫਲੈਸ ਪਰਸਨ। ਚਲੋ ਉਹਨਾਂ ਨੇ ਹਮੇਸ਼ਾ ਹੀ ਇੰਡਸਟਰੀ ਦੇ ਬਾਰੇ ਸੋਚਿਆ, ਮਤਲਬ ਆਈ ਵਿਲ ਸੇ ਕਿ ਹੀ ਵੋਕ ਅਪ with industry, he always held in his mind industry, he slept with industry, and I will say कि even while going, ਕਿਉਂਕਿ ਅਸੀਂ ਤਾਂ ਉਹਨਾਂ ਦੇ ਬੇਟੇ ਆ, ਉਹਨਾਂ ਦੇ ਨਾਲ ਰਹਿੰਦੇ ਸੀਗੇ, ਈਵਨ ਜਦੋਂ ਹਸਪੀਟਲ 'ਚ ਵੀ ਸੀਗੇ ਉਸ ਵੇਲੇ ਵੀ ਉਹਨਾਂ ਨੂੰ ਇੰਡਸਟਰੀ ਦੀ ਚਿੰਤਾ ਰਹਿੰਦੀ ਸੀ ਕਿ ਸਾਡੀ ਜਿੰਨੀਆਂ ਵੀ ਐਸੋਸੀਏਸ਼ਨਸ ਹੈ ਲੁਧਿਆਣੇ 'ਚ, ਇਹ ਸਭ ਮਿਲ ਕੇ ਇੱਕ ਦੂਜੇ ਨਾਲ ਕੰਮ ਕਰਨ ਤਾਂ ਕਿ ਲੁਧਿਆਣੇ ਦੀ ਇੰਡਸਟਰੀ ਹੋਰ ਰਾਈਜ਼ ਕਰੇ। ਇਹ ਮੈਂ ਇਹ ਸਮਝਦਾ ਇੱਕ ਸੁਪਨਾ ਉਹ ਉਹਨਾਂ ਦੇ ਨਾਲ ਗਿਆ, ਐਂਡ ਆਈ ਐਮ ਸ਼ੋਰ ਕਿ ਸਾਡੇ ਜਿਹੜੇ ਇੰਡਸਟਰੀ ਲੀਡਰਸ ਹੈ ਉਹ ਇਹਨੂੰ ਸੁਣ ਰਹੇ ਹੋਣਗੇ, ਅੱਗੇ ਮਿਲ ਜੁਲ ਕੇ ਲੁਧਿਆਣੇ ਦੀ ਇੰਡਸਟਰੀ ਨੂੰ ਹੋਰ ਅੱਗੇ ਲੈ ਕੇ। ਇੱਕ ਆਖਰੀ ਕੁਐਸਚਨ ਰਾਜਨ ਜੀ ਪੁੱਛਣਾ ਚਾਹਾਂਗਾ ਕਿ ਅਕਸਰ ਜੋਗਿੰਦਰ ਕੁਮਾਰ ਜੀ ਦੀ ਸ਼ਖਸੀਅਤ ਇਹ ਜੀ ਰਹੀ ਹੈ ਕਿ ਉਹ ਬੜੇ ਬੇਬਾਕੀ ਦੇ ਨਾਲ ਕੋਈ ਵੀ ਗੱਲ ਕਿਸੇ ਦੇ ਅੱਗੇ ਵੀ ਰੱਖਣ 'ਚ ਜਿਹੜੇ ਲਈ ਬਹੁਤ ਲੋਕਪ੍ਰਿਯ ਸੀਗੇ, ਔਰ ਕਈ ਵਾਰੀ ਇਹੋ ਜਿਹੀ ਸਿਚੁਏਸ਼ਨ ਵੀ ਹੋ ਜਾਂਦੀ ਸੀ ਕਿ ਵੱਡੇ ਨੇਤਾਵਾਂ ਦੇ ਅੱਗੇ, ਈਵਨ ਸ਼ਾਇਦ ਸਾਨੂੰ ਜਿੱਥੇ ਤੱਕ ਯਾਦ ਹੈ ਮਨਮੋਹਨ ਸਿੰਘ ਜੀ ਅੱਗੇ ਵੀ ਉਹ ਜੇ ਇੰਡਸਟਰੀ ਦੇ ਹੱਕ ਦੀ ਗੱਲ ਨਹੀਂ ਹੁੰਦੀ ਸੀ ਤੇ ਉਹ ਲੜਨ ਲਈ ਪਿੱਛੇ ਨਹੀਂ ਹਟਦੇ ਸੀਗੇ। ਤੁਸੀਂ ਬਿਲਕੁਲ ਠੀਕ ਕਿਹਾ। ਵਾਕਿਆ ਮੈਂ ਇੱਥੇ ਰੈਫਰ ਕਰਨਾ ਚਾਹੂੰਗਾ, ਰਾਜੀਵ ਗਾਂਧੀ ਜੀ ਦੇ ਨਾਲ ਮੀਟਿੰਗ ਹੋਈ, ਸਾਈਕਲ ਦੇ ਪੁਰਜੇ ਹੱਬ ਔਰ ਬੀਬੀ ਕੱਪ ਡੀ ਰਿਜ਼ਰਵ ਕਰ ਦਿੱਤਾ ਸੀ। ਤਾਂ ਬਾਊ ਜੀ ਨੇ ਰਾਜੀਵ ਗਾਂਧੀ ਜੀ ਤੋਂ ਟਾਈਮ ਲਿਆ, ਉਸ ਵਕਤ ਦੇ ਪ੍ਰਧਾਨ ਮੰਤਰੀ ਜੀ ਤੋਂ, ਤੇ ਉਹਨਾਂ ਨਾਲ ਜਾ ਕੇ ਗੱਲ ਕੀਤੀ, ਉਹਨਾਂ ਨੂੰ ਪ੍ਰੈਜੈਂਟੇਸ਼ਨ ਦਿੱਤੀ ਕਿ ਤੁਸੀਂ ਅਰਬਾਂ ਰੁਪਏ ਖਰਚ ਕਰਕੇ ਤੇ ਇੰਪਲੋਇਮੈਂਟ ਜਨਰੇਟ ਕਰਦੇ ਹੋ, ਤੇ ਜਿਹੜੀ ਇੰਪਲੋਇਮੈਂਟ ਲਘੂ ਕੁਟੀਰ ਉਦਯੋਗ ਦੇ ਰਿਹਾ ਹੈ ਉਹਨੂੰ ਤੁਸੀਂ ਬਰਬਾਦ ਕਰਨ ਤੇ ਤੁਲੇ ਹੋਏ ਹੋ। ਉਹ ਕਹਿੰਦੇ ਜੀ ਉਹ ਕੌਣ ਕਰਦਾ, ਅਨਇੰਪਲੋਇਮੈਂਟ ਹੋ ਰਹੀ ਹੈ, ਕਹਿੰਦੇ ਜੋ ਕੌਣ ਕਰਦਾ ਹੈ? ਬਾਊ ਜੀ ਨੇ ਬੜੀ ਬੇਬਾਕੀ ਨਾਲ ਕਿਹਾ, ਕਹਿੰਦੇ ਤੁਹਾਡੀ ਸਰਕਾਰ ਕਰ ਰਹੀ ਹੈ, ਹੋਰ ਕੋਈ ਨਹੀਂ ਕਰ ਰਿਹਾ। ਕਹਿੰਦੇ ਦੱਸੋ ਜੀ ਕਿੱਦਾਂ? ਇਹਨਾਂ ਨੇ ਫਿਰ ਉਹ ਦਿਖਾਏ ਬੀਬੀ ਕੱਪ ਔਰ ਹਬ ਐਕਸਲ ਦੇ ਕੰਪੋਨੈਂਟ
ਕਿ ਇਹਦੇ ਵਿੱਚ ਸੈਂਕੜੇ ਇੰਡਸਟਰੀਆਂ ਲੱਗੀਆਂ ਹੋਈਆਂ ਜਿਹੜੀਆਂ ਲੱਖਾਂ ਲੋਕਾਂ ਨੂੰ ਇੰਪਲੋਇਮੈਂਟ ਦਿੰਦੀ ਹੈ। ਤੁਸੀਂ ਇਹਨੂੰ ਡੀ ਰਿਜ਼ਰਵ ਕਰਤਾ, ਲਾਰਜ ਯੂਨਿਟ ਕੋਲੇ ਚਲੀ ਗਏ, ਸਾਰੇ ਬੇਰੋਜ਼ਗਾਰ ਜਿਹੜੇ ਸੈਲਫ ਇੰਪਲੋਇਡ ਸਮਾਲ ਐਂਡ ਮਾਈਕਰੋ ਹੈਗੇ ਆ, ਲਘੂ ਕੁਟੀਰ ਉਦਯੋਗ ਵਾਲੇ, ਇਹ ਬੇਰੋਜ਼ਗਾਰ ਹੋਣਗੇ। ਜਿਹੜਾ ਰੋਜ਼ਗਾਰ ਉਹਨਾਂ ਨੇ ਦਿੱਤਾ ਹੈ ਉਹਨਾਂ ਨੂੰ ਵੀ ਬੇਰੋਜ਼ਗਾਰੀ ਹੋਏਗੀ। ਉਹਨਾਂ ਨੇ ਉਹ ਇੰਨਾ ਇੰਪ੍ਰੈਸ ਹੋਏ ਰਾਜੀਵ ਗਾਂਧੀ ਜੀ, ਉਸੇ ਵਕਤ ਉਹਨਾਂ ਨੇ ਆਰਡਰ ਕਰਤਾ ਕਿ ਜਿਹੜਾ ਡੀ ਰਿਜ਼ਰਵ ਕਰਨ ਦਾ ਨੋਟੀਫਿਕੇਸ਼ਨ ਸੀ ਉਹਨੂੰ ਵਿਡਰਾ ਕਰ ਲਿਆ। ਇੱਕ ਫੋਕਲ ਪੁਆਇੰਟਾਂ ਦੇ ਜਿਹੜੇ ਉਸਾਰੀ ਦੇ ਵਿੱਚ ਵੀ ਕਾਫੀ ਵੱਡਾ ਇਹਨਾਂ ਦਾ ਰੋਲ ਹੈ। ਹਾਂਜੀ, ਫੋਕਲ ਪੁਆਇੰਟ 'ਚ ਮੈਂ ਜਿਵੇਂ ਪਹਿਲਾਂ ਦੱਸਿਆ ਕਿ 1990 ਦੇ ਵਿੱਚ ਬਹੁਤ ਸਾਰੀ ਜਗ੍ਹਾ ਅਕਵਾਇਰ ਕਰਵਾਈ ਗਈ ਇੰਡਸਟਰੀ ਵਾਸਤੇ, ਕਿ ਇੰਡਸਟਰੀ ਗਰੋ ਤਾਂ ਹੀ ਕਰੇਗੀ ਜੇ ਉਹਨੂੰ ਅੱਛਾ ਇਨਫਰਾਸਟ੍ਰਕਚਰ, ਅੱਛਾ ਕੰਮ ਕਰਨ ਦਾ ਮਾਹੌਲ ਮਿਲੇਗਾ। ਤਾਂ ਉਹ ਫੋਕਲ ਪੁਆਇੰਟ ਦਾ ਫੇਸ 8 ਇਹਨਾਂ ਦੀ ਮੰਗ ਦੇ ਉੱਤੇ ਹੀ ਕੱਟਿਆ ਗਿਆ ਤੇ ਉਹਦੇ ਵਿੱਚ ਇੰਡਸਟਰੀ ਪਨਪੀ ਵੀ, ਗਰੋਥ ਵੀ ਹੋਈ, ਸ਼ਹਿਰਾਂ ਤੋਂ ਕੁਝ ਥੋੜੀ ਬਹੁਤ ਰੈਲੋਕੇਸ਼ਨ ਵੀ ਹੋਈ। ਉਹਦੇ ਵਿੱਚ ਬਹੁਤ ਬੜਾ ਯੋਗਦਾਨ ਰਿਹਾ 8 ਫੇਸ ਦੇ ਕੱਟਣ ਦੇ ਵਿੱਚ। ਕੁਝ ਹੋਰ ਕਹਿਣਾ ਚਾਹੋਗੇ, ਕੁਝ ਖਾਸ? ਹਾਂਜੀ, ਇੱਕ ਚੀਜ਼ ਮੈਂ ਹੋਰ ਜ਼ਰੂਰ ਦੱਸਣੀ ਚਾਹੂੰਗਾ ਕਿ ਇੱਕ ਇਹ ਵਿਸ਼ੇਸ਼ ਗੱਲ ਹੈ ਜਿਹੜੀ ਮੈਂ ਜ਼ਰੂਰ ਤੁਹਾਨੂੰ ਦੱਸਣੀ ਚਾਹੂੰਗਾ। ਬਾਊ ਜੀ ਨੂੰ ਇੱਕ ਇਹ ਵੀ ਆਪਣੇ ਦੋਸਤਾਂ ਤੋਂ ਲਾਂਭਾ ਲੈਣਾ ਪੈਂਦਾ ਸੀਗਾ। ਉਹਨਾਂ ਦੀ ਨੇਚਰ ਇਦਾਂ ਦੀ ਸੀ ਕਿ ਜਿਹੜਾ ਆ ਗਿਆ ਉਹ ਮੇਰਾ ਹੈ। ਉਹਨਾਂ ਨੂੰ ਕੋਈ ਗਰੁੱਪ ਦਾ ਮਤਲਬ ਨਹੀਂ ਸੀ, ਕੋਈ ਉਹਨਾਂ ਨੂੰ ਕਾਸਟ, ਕ੍ਰੀਡ, ਜਾਤ, ਪ੍ਰਥਾ ਕੋਈ ਮਤਲਬ ਨਹੀਂ ਸੀ। ਉਹ ਕਹਿੰਦੇ ਮੇਰਾ ਜਿਹੜਾ ਮੇਰੇ ਨਾਲ ਜੁੜਿਆ ਉਹ ਸਾਰੇ ਮੇਰੇ ਬੰਦੇ ਆ, ਚਾਹੇ ਜੁੜਿਆ ਡਾਇਰੈਕਟਲੀ ਚਾਹੇ ਨਹੀਂ ਜੁੜਿਆ। ਇਹਦੀ ਇੱਕ ਐਗਜ਼ਾਮਪਲ ਦਊਂਗਾ ਕਿ ਜਦੋਂ ਯੂਨਾਈਟਿਡ ਸਾਈਕਲ ਪਾਰਟ ਦੇ ਇਲੈਕਸ਼ਨ ਹੁੰਦੇ ਸੀ ਤਾਂ ਤਕਰੀਬਨ 2 ਗਰੁੱਪ ਹੁੰਦੇ ਸੀ। ਜਿਹੜੇ ਆਪੋਜ਼ਿਟ ਗਰੁੱਪ ਦਾ ਸਮਰਥਨ ਕਰਦੇ ਸੀ, ਜਦੋਂ ਉਹ ਵੀ ਮੈਂਬਰ ਆ ਕੇ ਬਾਊ ਜੀ ਕੋਲੇ ਆਉਂਦੇ ਸੀ, ਕਹਿੰਦੇ ਸੀ ਵੀ ਆਹ ਕੰਮ ਹੈ ਜੀ, ਬਾਊ ਜੀ ਜਾ ਕੇ ਕਰਵਾਉਂਦੇ ਸੀ, ਤਾਂ ਸਮਰਥਕ ਉਹਦਾ ਵਿਰੋਧ ਕਰਦੇ ਸੀ। ਕਹਿੰਦੇ ਬਾਊ ਜੀ ਸਾਨੂੰ ਤੁਹਾਡੇ ਨਾਲ ਜੁੜਨ ਦਾ ਫਾਇਦਾ ਕੀ ਹੈ, ਜੇ ਤੁਸੀਂ ਕੰਮ ਤਾਂ ਸਾਰਿਆਂ ਦਾ ਹੀ ਕਰ ਦੇਣਾ, ਜਿਨ੍ਹਾਂ ਨੇ ਤੁਹਾਡਾ ਮੁਖਾਲਫਤ ਕੀਤੀ ਉਹਨਾਂ ਦਾ ਵੀ ਕੰਮ ਕਰ ਦੇਣਾ। ਤਾਂ ਬਾਊ ਜੀ ਇਹ ਜਵਾਬ ਦਿੰਦੇ ਸੀ, ਦੇਖੋ ਗਰੁੱਪ ਹੁੰਦੇ ਇਲੈਕਸ਼ਨਾਂ ਤੋਂ ਪਹਿਲਾਂ, ਜਦੋਂ ਇਲੈਕਸ਼ਨ ਹੋ ਗਿਆ ਗਰੁੱਪ ਖਤਮ, ਮੈਂ ਸਾਰਿਆਂ ਦਾ ਸੇਵਕ ਹੈ, ਮੈਂ ਸਾਰਿਆਂ ਦੀ ਸੇਵਾ ਕਰਨੀ ਹੈ। ਔਰ ਇੱਕ ਗੱਲ ਹੋਰ ਮੈਂ ਕਹਿਣੀ ਚਾਹੂੰਗਾ, ਲਾਸਟ ਪਬਲਿਕ ਐਡਰੈਸ ਉਹਨਾਂ ਨੇ 26 ਜਨਵਰੀ 2022 ਨੂੰ UCPMA ਦੇ ਰਿਪਬਲਿਕ ਡੇ ਸੈਲੀਬ੍ਰੇਸ਼ਨ ਦੇ ਉੱਤੇ ਦਿੱਤਾ। ਜਿਹੜੀ ਭਾਈ ਸਾਹਿਬ ਨੇ ਗੱਲ ਕਹੀ, ਉਹਨਾਂ ਦੇ ਮਨ 'ਚ ਬਸੀ ਹੋਈ ਸੀ ਕਿ ਵੀ ਇੰਡਸਟਰੀ ਇਕੱਠੀ ਰਵੇ। ਤੁਹਾਨੂੰ ਪਤਾ ਹੈ UCPMA 'ਚ ਥੋੜਾ ਜਿਹਾ ਡਿਫਰੈਂਸਿਸ ਚੱਲ ਰਿਹਾ, ਤਾਂ ਉੱਥੇ ਉਹਨਾਂ ਨੇ ਇੱਕ ਅਪੀਲ ਕੀਤੀ ਸਾਰਿਆਂ ਨੂੰ ਕਿ ਸਾਰੇ ਮਿਲ ਕੇ ਚੱਲੋ, UCPMA ਦੇ ਸਾਰੇ ਆਫਿਸ ਬੇਅਰਰਸ ਆਪਣੇ ਡਿਫਰੈਂਸਿਸ ਨੂੰ ਖਤਮ ਕਰਨ, ਮਿਲ ਕੇ ਚੱਲਣ, ਤਾਂ ਕਿ ਇੰਡਸਟਰੀ ਦੀ ਭਲਾਈ ਬਾਰੇ, ਇੰਡਸਟਰੀ ਦੇ ਉਦਯੋਗਪਤੀਆਂ ਦੇ, ਆਪਣੇ ਮੈਂਬਰਾਂ ਦੇ ਫਾਇਦੇ ਲਈ ਅਸੀਂ ਕੁਝ ਕੰਮ ਕਰ ਸਕੀਏ, ਆਪਸੀ ਲੜਾਈ ਦੇ ਵਿੱਚ ਸਮਾਂ ਨਾ ਗਵਾਈਏ। ਥੈਂਕ ਯੂ। ਸੋ ਦੋਸਤੋ, ਇਹ ਸੀਗੇ ਸ਼੍ਰੀ ਜੋਗਿੰਦਰ ਕੁਮਾਰ ਜੀ ਦੇ ਸਪੁੱਤਰ, ਜਿਨ੍ਹਾਂ ਨੇ ਸਾਨੂੰ ਉਹਨਾਂ ਦੇ ਜੀਵਨ ਦੇ ਬਹੁਤ ਸਾਰੇ ਇਹੋ ਜਿਹੇ ਪਲਾਂ ਬਾਰੇ ਦੱਸੇ ਜਿਹਨੂੰ ਸ਼ਾਇਦ ਅੱਜ ਦੀ ਜਨਰੇਸ਼ਨ ਨੂੰ ਨਹੀਂ ਪਤਾ ਸੀਗਾ। ਸੋ ਅਸੀਂ ਉਹਨਾਂ ਦੇ ਜੀਵਨ ਦੇ ਕੁਝ ਖਾਸ ਅੰਸ਼ਾਂ ਤੋਂ ਕੁਝ ਖਾਸ ਪਲ ਤੁਹਾਡੇ ਨਾਲ ਸਾਂਝੇ ਕਰਨ ਦੀ ਕੋਸ਼ਿਸ਼ ਕੀਤੀ ਹੈ, ਤਾਂ ਕਿ ਅਸੀਂ ਸਾਰੇ ਇਸ ਤੋਂ ਕੁਝ ਸਿੱਖ ਕੇ ਕੁਛ ਨਾ ਕੁਛ ਆਪਣੇ ਜੀਵਨ 'ਚ ਨਿਖਾਰ ਲਿਆ ਸਕੀਏ। ਜਿੱਦਾਂ ਕਿ ਉਹਨਾਂ ਨੇ ਆਖਰੀ ਚੀਜ਼ ਵੀ ਕਹੀ, ਆਖਰੀ ਸੰਬੋਧਨ 'ਚ ਵੀ ਆਪਣੇ ਕਿਹਾ ਕਿ ਇੰਡਸਟਰੀ ਇਕਜੁੱਟ ਹੋ ਕੇ ਚੱਲੇ ਤਾਂ ਅਸੀਂ ਵੱਡੀ ਤੋਂ ਵੱਡੀ ਲੜਾਈਆਂ ਵੀ ਲੜ ਸਕਦੇ ਹੈਗੇ। ਸੋ ਅਸੀਂ ਵੀ ਉਮੀਦ ਕਰਦੇ ਹਾਂ ਕਿ ਇੰਡਸਟਰੀ ਇਸ ਤੋਂ ਕੁਛ ਨਾ ਕੁਛ ਜ਼ਰੂਰ ਸਿੱਖੇਗੀ। ਇੱਦਾਂ ਹੀ ਵੱਖ-ਵੱਖ ਮੁੱਦਿਆਂ ਤੇ ਤੁਹਾਡੇ ਨਾਲ ਰੂਬਰੂ ਹੁੰਦੇ ਰਹਾਂਗੇ। ਦੇਖਦੇ ਰਹੋ, ਬਣੇ ਰਹੋ। ਚੰਗੇ ਤੇ ਧੰਨਵਾਦ।